ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣੀ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਇਸ ਵੇਲੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਉੱਘੇ ਵਕੀਲ ਐਡਵੋਕੇਟ RS ਬੈਂਸ ਮੌਜੂਦ ਨੇ। ਮਨੁੱਖੀ ਅਧਿਕਾਰਾਂ ਨੂੰ ਲੈ ਕੇ ਆਵਾਜ਼ ਹਮੇਸ਼ਾ ਬੁਲੰਦ ਕਰਦੇ ਨੇ। ਹੁਣ ਜੋ ਕੁਝ ਹੋ ਰਿਹਾ ਦਿੱਲੀ ਦੇ ਵਿੱਚ, ਕਿਸ ਤਰ੍ਹਾਂ ਨੌਜਵਾਨਾਂ ਨੂੰ, ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਹਨਾਂ ਕੇਸਾਂ ਨੂੰ ਵੀ ਇਹ ਹੈਂਡਲ ਕਰ ਰਹੇ ਨੇ। ਬੜੀ ਨੇੜਿਓਂ ਤੱਕ ਰਹੇ ਨੇ ਕਿ ਸਰਕਾਰ ਕੀ ਕੁਝ ਕਰ ਰਹੀ ਹੈ। ਤਸਵੀਰਾਂ ਗਵਾਹ ਨੇ ਕਿਸ ਤਰੀਕੇ ਦੇ ਨਾਲ ਕਿੱਲੇ ਲਗਾ ਦਿੱਤੇ ਗਏ ਉਹਨਾਂ ਥਾਵਾਂ ਤੇ ਜਿੱਥੇ ਕਿਸਾਨ ਬੈਠੇ ਨੇ। ਇਸ ਵੇਲੇ ਬੈਰੀਕੇਡਿੰਗ ਜਿਹੜੀ ਕੀਤੀ ਗਈ ਹੈ, ਬੈਰੀਕੇਡਿੰਗ ਨੂੰ ਲੈ ਕੇ ਵੀ ਬੜੇ ਸਵਾਲ ਉੱਠਦੇ ਨੇ ਕਿ ਆਖਿਰਕਾਰ ਹਿਊਮਨ ਰਾਈਟਸ ਦੀ ਵਾਇਲੈਂਸ ਨਹੀਂ ਹੈ। ਕਿਸ ਨੂੰ ਪੁੱਛ ਕੇ ਇਹ ਸਾਰਾ ਜਿਹੜਾ ਕਿਸਾਨਾਂ ਦੀ ਘੇਰਾਬੰਦੀ ਕੀਤੀ ਗਈ ਹੈ? ਕੀ ਹਾਲਾਤ ਜਾਣਬੁੱਝ ਕੇ ਇਹੋ ਜਿਹੇ ਪੈਦਾ ਕੀਤੇ ਜਾ ਰਹੇ ਨੇ ਕਿ ਪੰਜਾਬ ਨੂੰ ਨਿਸ਼ਾਨੇ ਤੇ ਲਿਆ ਜਾਵੇ, ਰਾਸ਼ਟਰਪਤੀ ਰਾਜ ਵੱਲ ਵਧਿਆ ਜਾਵੇ? ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ। ਕਿਸ ਤਰ੍ਹਾਂ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ, ਉਹਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਦੂਜੀ ਗੱਲ ਜਿਹੜੀ ਪਿਛਲੇ ਕਈ ਦਿਨਾਂ ਤੋਂ ਚਰਚਾ ਵਿੱਚ ਹੈ, ਉਹਦੇ ਬਾਰੇ ਅਸੀਂ ਬੈਂਸ ਸਾਹਿਬ ਨਾਲ ਪਹਿਲਾਂ ਵੀ ਗੱਲ ਕੀਤੀ ਸੀ, ਪਰ ਹੁਣ ਥੋੜਾ ਹੋਰ ਖੋਲਾਂਗੇ ਉਸ ਨੂੰ ਕਿ ਦੇਸ਼ ਧਰੋਹੀ ਕੌਣ ਹੋ ਸਕਦਾ ਤੇ ਦੇਸ਼ ਭਗਤ ਦੀ ਪਰਿਭਾਸ਼ਾ ਕੀ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ। ਬੈਂਸ ਸਾਹਿਬ, ਤੁਹਾਡਾ ਸਵਾਗਤ ਹੈ ਲੋਕਰਾਣੀ ਚੈਨਲ ਪੰਜਾਬੀ 'ਚ। ਸਤਿ ਸ਼੍ਰੀ ਅਕਾਲ ਜੀ। ਬੈਂਸ ਸਾਹਿਬ, ਸਭ ਤੋਂ ਪਹਿਲਾਂ ਮੈਨੂੰ ਥੋੜਾ ਜਿਹਾ ਇਹ ਦੱਸੋ ਕਿ ਇਸ ਵੇਲੇ ਜੋ ਕੁਝ ਤਸਵੀਰਾਂ ਦਿੱਲੀ ਤੋਂ ਸਾਹਮਣੇ ਆ ਰਹੀਆਂ ਨੇ, ਕਿਸਾਨਾਂ ਨੂੰ ਰੋਕਣ ਦੇ ਲਈ ਅੰਦੋਲਨ ਦਾ ਘਿਰਾਓ ਕਿਸ ਤਰੀਕੇ ਨਾਲ ਕੀਤਾ ਗਿਆ, ਸਿੰਘੂ ਬਾਰਡਰ, ਟਿੱਕਰੀ ਬਾਰਡਰ, ਗਾਜ਼ੀਪੁਰ, ਇਹਨੂੰ ਸਾਰੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਇੱਕ ਮਨੁੱਖੀ ਅਧਿਕਾਰ ਸੰਗਠਨ ਦੇ ਤੌਰ ਤੇ? ਜਿਹੜਾ ਸੰਵਿਧਾਨ ਦਾ ਸੰਤੁਲਨ ਹੁੰਦਾ ਹੈ, ਜਿਹੜਾ ਕਾਨੂੰਨ ਦਾ ਸੰਤੁਲਨ ਹੁੰਦਾ ਹੈ, ਜਾਂ ਲੋਕਤੰਤਰ ਦਾ ਸੰਤੁਲਨ ਹੁੰਦਾ, ਉਹ ਇਹ ਹੁੰਦਾ ਕਿ ਸਰਕਾਰ ਵੀ ਕਾਨੂੰਨ ਦੇ ਥੱਲੇ ਕੰਮ ਕਰੇਗੀ, ਸੰਵਿਧਾਨ ਦੇ ਥੱਲੇ ਕੰਮ ਕਰੇਗੀ, ਤਾਂ ਜਿਹੜੇ ਸਿਟੀਜ਼ਨਸ ਹੈ, ਜਿਹੜੇ ਨਾਗਰਿਕ ਹੈ, ਉਹ ਵੀ ਸੰਵਿਧਾਨ ਨੂੰ ਮੰਨਣਗੇ, ਕਾਨੂੰਨ ਨੂੰ ਮੰਨਣਗੇ, ਤਾਂ ਸ਼ਾਂਤਮਈ ਸਰਕਾਰ ਚੱਲੇਗੀ। ਹਰ ਚੀਜ਼ ਬਦਲਣ ਲਈ ਹਮੇਸ਼ਾ ਵਾਇਲੈਂਸ ਦੀ ਲੋੜ ਨਹੀਂ। ਇਸੇ ਲਈ ਡੈਮੋਕ੍ਰੇਸੀ ਦਾ ਜਿਹੜਾ ਸਾਰਾ ਕੰਸੈਪਟ ਹੈ ਕਿ ਹਰ ਚੀਜ਼ ਦੇ ਤੁਸੀਂ ਹਥਿਆਰ ਚੁੱਕੇ ਹੀ ਨਾ ਹੋਵੇ, ਕੋਈ ਹੋਰ ਰਸਤਾ ਵੀ ਹੋਵੇ ਤਾਂ ਕਿ ਸਰਕਾਰ ਜਾਂ ਕਾਨੂੰਨ ਬਦਲੇ ਜਾ ਸਕਣ। ਇਸ ਲਈ ਕੁਝ ਮੌਲਿਕ ਅਧਿਕਾਰ ਦਿੱਤੇ ਗਏ ਸੀ ਹਰ ਸਿਟੀਜ਼ਨ ਨੂੰ ਕਿ ਤੁਸੀਂ ਪੀਸਫੁਲੀ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹੋ। ਔਰ ਹੁਣ ਇਹਨਾਂ ਹਾਲਾਤਾਂ ਵਿੱਚ ਜਦ ਤੱਕ ਤਾਂ ਸਰਕਾਰ ਸੰਵਿਧਾਨ ਨੂੰ ਮੰਨਦੀ ਹੈ, ਉਦ ਤੱਕ ਤਾਂ ਜਿਹੜੇ ਰਾਈਟ ਹੈ ਉਹਨਾਂ ਦਾ ਕੋਈ ਸਿੱਟਾ ਨਿਕਲਦਾ ਹੈ, ਉਹਨਾਂ ਦਾ ਕੋਈ ਰਿਜ਼ਲਟ ਨਿਕਲਦਾ ਹੈ। ਕਿਉਂਕਿ ਜੇ ਤੁਸੀਂ ਲੱਖਾਂ ਲੋਕ ਕਿਸਾਨਾਂ ਇਕੱਠੇ ਸੜਕਾਂ ਤੇ ਆ ਜਾਓਗੇ, ਸਰਕਾਰ ਔਰ ਆਮ ਜ਼ਿੰਦਗੀ ਬੰਦ ਕਰ ਦੋਗੇ, ਤਾਂ ਕੋਈ ਵੀ ਸਰਕਾਰ ਝੁੱਕ ਕੇ ਕਾਨੂੰਨ ਬਦਲ ਦੇਗੀ, ਕਿਉਂਕਿ ਸਰਕਾਰ ਕਾਨੂੰਨ ਤਾਂ ਲੋਕਾਂ ਲਈ ਬਣਾਉਂਦੀ ਹੈ। ਔਰ ਜੇ ਲੋਕ ਉਹਨੂੰ ਐਕਸੈਪਟ ਨਹੀਂ ਕਰਦੇ, ਇਹਦੇ ਵਿੱਚ ਕੋਈ ਝਗੜਾ ਨਹੀਂ ਲੱਗਦਾ। ਆਮ ਇਨ ਥਿਊਰੀ ਤਾਂ ਬਿਲਕੁਲ ਝਗੜਾ ਨਹੀਂ ਲੱਗਦਾ। ਝਗੜਾ ਉਦੋਂ ਪੈਂਦਾ ਜਦੋਂ ਤੁਹਾਡੇ ਦੇਸ਼ ਵਿੱਚ ਇਹੋ ਜਿਹੀ ਸਰਕਾਰ ਹੈ, ਉਹ ਆਪ ਹੀ ਸੰਵਿਧਾਨ ਦੇ ਵਿੱਚ ਉਹਦੀ ਕੋਈ ਆਸਥਾ ਨਹੀਂ ਹੈ, ਉਹਦੀ ਕਾਨੂੰਨ ਦੇ ਰਾਜ ਵਿੱਚ ਕੋਈ ਆਸਥਾ ਨਹੀਂ ਹੈ। ਉਹ ਐਕਚੁਅਲੀ ਹਰ ਮੁੱਦੇ ਦਾ ਜਿਹੜਾ ਸੋਲੂਸ਼ਨ ਹੈ, ਜਾਂ ਉਹਨੂੰ ਹਰ ਤਰੀਕੇ ਨਾਲ ਫੋਰਸ ਦਾ ਇਸਤੇਮਾਲ ਕਰਨਾ ਚਾਹੁੰਦੇ, ਮਿਲਟਰੀ ਸੋਲੂਸ਼ਨ ਮੰਨਦੇ ਆ। ਜਦੋਂ ਤੁਸੀਂ ਕਿਸੇ ਐਨਮੀ ਦੁਸ਼ਮਣ ਦੇਸ਼ ਵਿੱਚ ਹੋਵੋਗੇ, ਉਦੋਂ ਤੁਸੀਂ ਪ੍ਰੋਬਲਮਾਂ ਸੋਲਵ ਕਰਦੇ ਆ ਬਾਈ ਫੋਰਸ। ਆਪਣੇ ਮੁਲਕ ਵਿੱਚ ਤਾਂ ਬੈਠ ਕੇ ਡਾਇਲੋਗ ਆਪਣੇ ਸਿਟੀਜ਼ਨ ਨੂੰ ਸੁਣ ਕੇ ਕਰਨਾ ਹੁੰਦਾ। ਹੁਣ ਜਦੋਂ ਲੋਕ ਇਕੱਠੇ ਹੋ ਕੇ ਪ੍ਰੋਟੈਸਟ ਕਰਨ, ਉਦੋਂ ਸਰਕਾਰ ਨੂੰ ਕੀ ਅਧਿਕਾਰ ਹੈ ਕਿ ਉਹ ਗੋਲੀਆਂ ਚਲਾ ਸਕਣ, ਉਹਨਾਂ ਨੂੰ ਫੋਰਸ ਨਾਲ ਖਤਮ ਕਰ ਸਕਣ, ਤਿੱਤਰ ਬਿੱਤਰ ਕਰ ਸਕਣ। ਬਿਲਕੁਲ, ਇਹਦੇ ਵਿੱਚ ਬੜਾ ਬੈਲੈਂਸ ਹੈ। ਕਿਸੇ ਸਰਕਾਰ ਕੋਲ ਅਧਿਕਾਰ ਨਹੀਂ ਹੈ, ਲੋਕਤੰਤਰ ਵਿੱਚ ਬਿਲਕੁਲ ਅਧਿਕਾਰ ਨਹੀਂ ਹੈ ਕਿ ਉਹ ਗੋਲੀਆਂ ਚਲਾ ਸਕਣ। ਜਦ ਤੱਕ ਦੇਸ਼ ਦੀ ਹੀ ਕੁਐਸਚਨ ਦੇ ਹੋਵੇ, ਦੇਸ਼ ਹੀ ਟੁੱਟਣ ਦੇ ਦੌਰ ਤੇ ਆਵੇ, ਜਾਂ ਐਡੀ ਵੱਡੀ ਨੈਸ਼ਨਲ ਐਮਰਜੈਂਸੀ ਖੜੀ ਹੋ ਜਾਏ ਕਿ ਦੇਸ਼ ਦੀ ਆਪਣੀ ਐਗਜ਼ਿਸਟੈਂਸ ਖਤਰੇ ਵਿੱਚ ਹੋਵੇ, ਉਹਨਾਂ ਹਾਲਾਤਾਂ ਵਿੱਚ ਐਡੀ ਵੱਡੀ ਅਰਾਜਕਤਾ ਫੈਲ ਜਾਏ, ਤਾਂ ਕਿਤੇ ਤੁਸੀਂ ਆਰਮ ਫੋਰਸ ਇਸਤੇਮਾਲ ਕਰ ਸਕਦੇ ਹੋ। ਉਹ ਵੀ ਗੋਲੀਆਂ ਮਾਰਨ ਲਈ ਨਹੀਂ, ਕੋਈ ਪ੍ਰੋਟੈਸਟ ਤੋੜਨ ਲਈ ਨਹੀਂ, ਦੇਸ਼ ਨੂੰ ਬਚਾਉਣ ਲਈ। ਰਾਦਰ ਆਰਮ ਫੋਰਸਿਸ ਤਾਂ ਹਮੇਸ਼ਾ ਹੀ ਦੇਸ਼ ਦੇ ਲੋਕਾਂ ਨੂੰ ਬਚਾਉਣ ਲਈ, ਇਸ ਲਈ ਭੁਚਾਲਾਂ ਵਿੱਚ, ਅਰਥਕੁਐਕ ਵਿੱਚ, ਫਲੱਡ ਵਿੱਚ ਆਰਮ ਫੋਰਸਿਸ ਹੈਲਪ ਕਰਦੀਆਂ ਨਾਗਰਿਕਾਂ ਦੀ। ਆਰਮ ਫੋਰਸਿਸ ਕਦੀ ਵੀ ਸਰਕਾਰ ਦੀਆਂ ਨਹੀਂ ਹੁੰਦੀਆਂ, ਦੇਸ਼ ਦੀਆਂ ਹੁੰਦੀਆਂ। ਔਰ ਦੇਸ਼ ਹਮੇਸ਼ਾ ਲੋਕਾਂ ਦਾ ਹੁੰਦਾ, ਨਾ ਕਿ ਕਿਸੇ ਸਰਕਾਰ ਦਾ ਹੁੰਦਾ। ਇਸ ਲਈ ਇਹ ਜਿਹੜੀ ਸੋਸ਼ੀਓਲੋਜੀ 'ਚ ਬੜੀ ਵੱਡੀ ਡਿਬੇਟ ਹੈ ਕਿ ਕਿਸ ਹੱਦ ਤੱਕ ਲੋਕ ਸ਼ਾਂਤਮਈ ਪ੍ਰੋਟੈਸਟ ਕਰਨ ਜੇ ਅੱਗੇ ਐਸੀ ਸਰਕਾਰ ਹੋਵੇ ਜਿਹੜੀ ਕਿ ਡੈਮੋਕ੍ਰੇਸੀ ਵਿੱਚ ਵਿਸ਼ਵਾਸ ਹੀ ਨਹੀਂ ਕਰਦੀ। ਕਿਉਂਕਿ ਜਿਹੜੀ ਟ੍ਰੈਜੇਡੀ ਆਫ ਡੈਮੋਕ੍ਰੇਸੀ ਹੈ ਕਿ ਬਹੁਤ ਵਾਰੀ ਡੈਮੋਕ੍ਰੇਸੀ ਦੀਆਂ ਸੀੜੀਆਂ ਚੜ੍ਹ ਕੇ ਇਹੋ ਜਿਹੇ ਡਿਕਟੇਟਰ ਆ ਜਾਂਦੇ ਨੇ ਜਿਨ੍ਹਾਂ ਦਾ ਡੈਮੋਕ੍ਰੇਸੀ 'ਚ ਵਿਸ਼ਵਾਸ ਹੀ ਨਹੀਂ ਹੁੰਦਾ, ਫਿਰ ਉਹ ਲੋਕਾਂ ਉੱਤੇ ਜ਼ੁਲਮ ਢਾਉਣ ਲੱਗ ਪੈਂਦੇ ਨੇ। ਉਹ ਖਤਮ ਕਰਨ ਲਈ ਹੀ USA ਵਿੱਚ ਲੋਕਾਂ ਨੂੰ ਆਰਮਸ ਦਾ ਅਧਿਕਾਰ ਦਿੱਤਾ ਗਿਆ ਹੈ ਕਿ ਤੁਹਾਨੂੰ ਰਾਈਟ ਟੂ ਬੀਅਰ ਆਰਮਸ ਐਜ਼ ਸਿਟੀਜ਼ਨ। ਜਦੋਂ ਸਰਕਾਰ ਤੁਹਾਡੀ ਗੱਲ ਨਾ ਸੁਣੇ ਤਾਂ ਤੁਸੀਂ ਹਥਿਆਰ ਚੁੱਕ ਸਕਦੇ ਹੋ। ਸਾਡੇ ਮੁਲਕ ਵਿੱਚ ਚਾਹੇ ਹਥਿਆਰ ਚੁੱਕਣ ਦਾ ਹੱਕ ਨਹੀਂ ਦਿੱਤਾ ਹੈ,
ਮਗਰ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨ ਦਾ ਹੱਕ ਦਿੱਤਾ ਹੋਇਆ। ਤੋ ਇਸ ਕਰਕੇ ਜਦੋਂ ਤੁਸੀਂ ਸਰਕਾਰ ਦਾ ਰਵੱਈਆ ਦੇਖ ਰਹੇ ਹੋ ਕਿ ਉਹ ਏਦਾਂ ਘੇਰਾਬੰਦੀ, ਉਹ ਬੇਸਿਕਲੀ ਲੋਕਾਂ ਨੂੰ ਮਾਰ ਨਹੀਂ ਸਕਦੇ, ਪ੍ਰੋਟੈਸਟ ਕਰਕੇ ਕੋਈ ਜੁਰਮ ਨਹੀਂ ਹੈ, ਪ੍ਰੋਟੈਸਟ ਕਰਨਾ ਵਾਕਈ ਕੋਈ ਜੁਰਮ ਨਹੀਂ ਹੈ। ਫਿਰ ਉਹ ਕੀ ਕਰਨ? ਸਰਕਾਰ ਗੱਲ ਵੀ ਨਹੀਂ ਮੰਨਣਾ ਚਾਹੁੰਦੀ, ਉਹ ਇਹਨਾਂ ਤੇ ਗੋਲੀ ਵੀ ਨਹੀਂ ਚਲਾ ਸਕਦੇ, ਤਾਂ ਫਿਕਰ ਹੁਣ ਉਹਨਾਂ ਨੇ ਸੋਚਿਆ ਇੱਕ ਨਵਾਂ ਢੰਗ, ਜਿਹੜਾ ਕਿ ਓਨਾ ਹੀ ਬੁਰਾ ਹੈ, ਓਨਾ ਹੀ ਅਸੰਵਿਧਾਨਿਕ ਹੈ, ਓਨਾ ਹੀ ਕਾਨੂੰਨ ਦੇ ਖਿਲਾਫ ਹੈ, ਓਨਾ ਹੀ ਹਿਊਮਨ ਵੈਲਿਊਜ਼ ਦੇ ਵੀ ਖਿਲਾਫ ਹੈ। ਉਹ ਕੀ ਹੈ ਕਿ ਜੇ ਤੁਸੀਂ ਇਹਨਾਂ ਦਾ ਸਾਹ ਰੋਕੋ, ਤੁਸੀਂ ਇਹਨਾਂ ਦੀ ਸਪਲਾਈਜ਼ ਬੰਦ ਕਰੋ, ਇਹਨਾਂ ਦਾ ਪਾਣੀ ਬੰਦ ਕਰੋ, ਬਿਜਲੀ ਬੰਦ ਕਰੋ, ਅੱਗੇ ਕੋਈ ਬੰਦਾ ਇੱਧਰੋਂ ਉੱਧਰ ਨਾ ਜਾ ਸਕੇ, ਤਾਂ ਕਿ ਦਿੱਲੀ ਦੇ ਲੋਕ ਜਿਹੜੇ ਮਦਦ ਕਰ ਰਹੇ ਸੀ, ਦੁੱਧ ਲਿਆ ਰਹੇ ਸੀ, ਸਪਲਾਈਜ਼ ਲਿਆ ਰਹੇ ਸੀ, ਆਟਾ ਲਿਆ ਰਹੇ ਸੀ, ਉਹ ਬੰਦ ਹੋ ਜਾਏ। ਅਲਟੀਮੇਟਲੀ ਭੁੱਖਮਰੀ ਫੈਲ ਜਾਏਗੀ ਤੇ ਵਾਪਸ ਚਲੇ ਜਾਣਗੇ। ਇਹੋ ਜਿਹੀ ਥਿੰਕਿੰਗ, ਇਹੋ ਜਿਹੀ ਸੋਚ ਹੀ ਜਿਹੜੀ ਹੁੰਦੀ ਨਾ ਦੇਸ਼ ਦੇ ਲੋਕਾਂ ਦੇ ਖਿਲਾਫ, ਇਹੋ ਜਿਹੀ ਸੋਚ ਹੀ ਜਿਹਨੂੰ ਆਪਾਂ ਕਹਿੰਦੇ ਹਾਂ ਕ੍ਰਿਮੀਨਲ ਸੋਚ ਹੈ, ਇਹ ਅਪਰਾਧਿਕ ਸੋਚ ਹੈ। ਮਗਰ ਜੇ ਆਪਾਂ ਆਪਣੇ ਲੀਡਰਸ ਦੇ ਇੰਟੈਂਸ਼ਨ ਦੇਖੀਏ ਤਾਂ ਅਪਰਾਧ ਤੋਂ ਹੀ ਉਹਨਾਂ ਦਾ ਪੋਲੀਟੀਕਲ ਜੀਵਨ ਜੰਮਿਆ ਹੈਗਾ। ਸੋ ਇਸ ਕਰਕੇ ਕੋਈ ਵੱਡੀ ਗੱਲ ਨਹੀਂ ਹੈ ਕਿ ਜਿਹੜੇ ਉਹਨਾਂ ਦੇ ਮੈਜਰ ਕਰੇ, ਜੋ ਪੁਲਿਸ ਐਜ਼ ਐਨ ਇੰਸਟਰੂਮੈਂਟ ਆਫ ਹੋਮ ਮਿਨਿਸਟਰੀ ਜੋ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਬਿਲਕੁਲ ਇੱਕ ਕ੍ਰਿਮੀਨਲ ਮੈਥਡਸ ਨਾਲ ਇਸ ਪ੍ਰੋਟੈਸਟ ਨੂੰ ਅੰਡਰਮਾਈਨ ਕਰਕੇ ਖਤਮ ਕਰਨਾ ਚਾਹੁੰਦੀ ਹੈ। ਹੁਣ ਦੇਖੋ ਕਿੰਨਾ ਵੱਡਾ ਚੈਲੰਜ ਹੈ ਲੋਕਾਂ ਲਈ। ਕਿ ਤੁਸੀਂ ਡੈਮੋਕ੍ਰੈਟਿਕ ਗਵਰਨਮੈਂਟ ਨੂੰ ਤਾਂ ਟੈਕਲ ਕਰ ਸਕਦੇ ਹੋ ਡੈਮੋਕ੍ਰੈਟਿਕ ਮੈਥਡ ਨਾਲ, ਤੁਸੀਂ ਕ੍ਰਿਮੀਨਲ ਨੂੰ ਕਿਵੇਂ ਟੈਕਲ ਕਰੋ? ਬਿਲਕੁਲ ਬਿਲਕੁਲ। ਬੈਂਸ ਸਾਹਿਬ ਇੱਕ ਇਹ ਦੱਸਿਓ ਕਿ ਲੋਕਾਂ ਦਾ ਵੀ ਇਹ ਸਵਾਲ ਹੁੰਦਾ ਹੈ ਕਿ ਆਖਿਰਕਾਰ ਅਦਾਲਤ ਨੂੰ ਇਹ ਸਭ ਕੁਝ ਨਜ਼ਰ ਕਿਉਂ ਨਹੀਂ ਆ ਰਿਹਾ? ਸੰਵਿਧਾਨ ਨੇ ਤਾਂ ਬੜਾ ਬੈਲੈਂਸ ਬਣਾਇਆ ਸੀ, ਦੋ ਵੱਡੇ ਹਰ ਸਟੇਟ ਵਿੱਚ ਇੱਕ ਹਾਈ ਕੋਰਟ ਬਣਾਇਆ ਤਾਂ ਸੁਪਰੀਮ ਕੋਰਟ ਬਣਾਇਆ, ਤਾਂ ਉਹਨਾਂ ਨੂੰ ਸਿੱਧੀ ਪਾਵਰ ਦਿੱਤੀ ਹੈ ਕਿ ਜਦੋਂ ਸੈਂਟਰਲ ਗਵਰਨਮੈਂਟ ਜਾਂ ਕੋਈ ਵੀ ਸਰਕਾਰ ਜਾਂ ਕੋਈ ਵੀ ਅਥਾਰਟੀ ਆਪਣੀ ਲਕਸ਼ਮਣ ਰੇਖਾ ਸੰਵਿਧਾਨ ਦੀ ਉਲੰਘਣਾ ਕਰੇਗੀ ਤਾਂ ਕੋਰਟ ਇਮੀਡੀਏਟਲੀ ਡਾਇਰੈਕਸ਼ਨ ਦੇਗਾ। ਕੋਰਟ ਦੀ ਡਾਇਰੈਕਸ਼ਨ ਤੇ ਆਰਮਡ ਫੋਰਸਿਸ ਵੀ ਐਕਟ ਕਰਨਗੀਆਂ, ਕੋਰਟ ਦੀ ਡਾਇਰੈਕਸ਼ਨ ਤੇ ਪੁਲਿਸ ਫੋਰਸਿਸ ਵੀ ਐਕਟ ਕਰਨਗੀਆਂ। ਤੇ ਜਦੋਂ ਇਹ ਸਾਹਮਣੇ ਦਿਖ ਰਿਹਾ ਹੈ ਕਿ ਉਹ ਬਿਲਕੁਲ ਅਨਲੌਫੁਲੀ ਪਬਲਿਕ ਪ੍ਰਾਪਰਟੀ ਦੀ ਡਿਸਟਰਕਸ਼ਨ ਕਰ ਰਹੇ ਨੇ, ਆਪਣੇ ਸਿਰਫ ਛੋਟੇ ਜਿਹੇ ਮੁੱਦੇ ਲਈ ਕਿ ਸਾਡੇ ਖਿਲਾਫ ਸਟ੍ਰਾਈਕ ਬੰਦ ਹੋਵੇ, ਸਾਡੇ ਖਿਲਾਫ ਪ੍ਰੋਟੈਸਟ ਬੰਦ ਹੋਵੇ, ਕਿਸੇ ਸਰਕਾਰ ਕੋਲੇ ਰਾਈਟ ਨਹੀਂ ਹੈ ਕਿ ਤੁਸੀਂ ਪਬਲਿਕ ਪ੍ਰਾਪਰਟੀ ਡੈਮੇਜ ਕਰੋ ਇਸੇ ਲਈ ਸਿਰਫ ਕਿ ਸਾਡੇ ਖਿਲਾਫ ਪ੍ਰੋਟੈਸਟ ਨਾ ਹੋਵੇ। ਕੋਈ ਡੈਮੋਕ੍ਰੇਸੀ ਸਰਕਾਰ ਇਹ ਨਹੀਂ ਸੋਚ ਸਕਦੀ ਕਿ ਸਾਡੇ ਖਿਲਾਫ ਪ੍ਰੋਟੈਸਟ ਨਾ ਹੋਵੇ। ਪ੍ਰੋਟੈਸਟ ਦਾ ਰਾਦਰ ਸੋਲ ਜਿਹੜੇ ਹੁੰਦੇ ਨਾ, ਜਿਹੜੀ ਆਤਮਾ ਹੈ ਡੈਮੋਕ੍ਰੇਸੀ। ਬਿਲਕੁਲ। ਤੇ ਹਾਈ ਕੋਰਟ ਔਰ ਸੁਪਰੀਮ ਕੋਰਟ ਨੂੰ ਰੁਕਣਾ ਕੁਝ ਕਰਨਾ ਚਾਹੀਦਾ ਸੀ। ਹਾਲਾਂਕਿ ਕੇਸ ਸੁਪਰੀਮ ਕੋਰਟ ਕੋਲ ਪੈਂਡਿੰਗ ਹੈ, ਸੁਪਰੀਮ ਕੋਰਟ ਨੂੰ ਦਿਖ ਰਿਹਾ ਹੈ ਤੁਹਾਡੇ ਸਾਹਮਣੇ ਕਿ ਕਿਹੋ ਜਿਹੀਆਂ ਭਿਆਨਕ ਤਿਆਰੀਆਂ ਹੋ ਰਹੀਆਂ, ਉਸਦੇ ਬਾਵਜੂਦ ਵੀ ਇੰਨੀ ਸਾਇਲੈਂਸ ਹੈ ਕਿ ਤੁਹਾਨੂੰ ਅਜੀਬ ਲੱਗਦਾ ਹੈ ਕਿ ਸੁਪਰੀਮ ਕੋਰਟ ਦਾ ਜਿਹੜਾ ਬੇਸਿਕ ਡਿਊਟੀ ਹੈ ਕਿ ਲੋਕਾਂ ਦੇ ਹੱਕਾਂ ਦੀ ਪ੍ਰੋਟੈਕਸ਼ਨ ਤੇ ਸਰਕਾਰ ਨੂੰ ਆਪਣੀ ਹੋਂਦ ਦੇ ਵਿੱਚ ਅੱਗੇ ਨਾ ਵਧਣ ਦੇਣਾ, ਉਹਨਾਂ ਨੂੰ ਆਪਣੇ ਇਸ ਹੋਂਦ ਦੇ ਵਿੱਚ ਰੱਖਣਾ, ਉਹ ਡਾਇਰੈਕਸ਼ਨ ਦੇਣ ਦਾ ਅੱਜ ਵਕਤ ਹੈ, ਬਿਲਕੁਲ ਅੱਜ ਵਕਤ ਹੈ। ਮਗਰ ਹੁਣ ਅਸੀਂ ਜਿਹੜੀ ਇੰਟਰਨੈਟ ਰਿਸਟੋਰੇਸ਼ਨ ਕਰਨ ਦੀ ਰਿਟ ਪਾਈ ਸੀ ਹਾਈ ਕੋਰਟ ਨੇ ਹਾਲੇ ਤੱਕ ਉਹਦੀ ਤਰੀਕ ਵੀ ਨਹੀਂ ਲਾਈ, ਰਾਦਰ ਆਬਜੈਕਸ਼ਨ ਲਾਤਾ ਇਹੋ ਜਿਹੇ ਕਿ ਜੀ ਇਹ ਪਬਲਿਕ ਇੰਟਰਸਟ ਹੈ, ਪ੍ਰਾਈਵੇਟ ਇੰਟਰਸਟ ਹੈ, ਵਕੀਲ ਕਰ ਰਿਹਾ ਹੈ, ਕੋਈ ਦੂਜਾ ਕਰ ਰਿਹਾ, ਇਸ ਤਰ੍ਹਾਂ ਦੇ ਆਬਜੈਕਸ਼ਨ ਲਾ ਕੇ ਬਹਿ ਗਏ ਨੇ। ਇਹ ਸੋਚਦਾ ਕਿ ਜਿਹੜੀ ਇਸ ਕਰਕੇ ਪ੍ਰੋਬਲਮ ਇਹੀ ਹੁੰਦੀ ਮੁਲਕ ਵਿੱਚ, ਜਦੋਂ ਸਾਰੇ ਇੰਸਟੀਟਿਊਸ਼ਨ ਜਿਹੜੇ ਕਿ ਸੰਵਿਧਾਨ ਨੇ ਬਣਾਏ ਸੀ ਲੋਕਾਂ ਦੀ ਮਦਦ ਲਈ, ਅਚਾਨਕ ਲੋਕਾਂ ਦੀ ਮਦਦ ਕਰਨ ਦੇ ਬਜਾਏ ਜਾਂ ਸੌ ਜਾਂਦੇ ਨੇ ਜਾਂ ਫਿਰ ਲੋਕਾਂ ਦੇ ਹੀ ਖਿਲਾਫ ਸ਼ੁਰੂ ਹੋ ਜਾਂਦੇ ਕੰਮ ਕਰਨਾ। ਬਿਲਕੁਲ ਬਿਲਕੁਲ। ਬੈਂਸ ਸਾਹਿਬ ਥੋੜਾ ਇਹ ਦੱਸਿਓ ਕਿ ਕਾਨੂੰਨ ਦੇ ਮੁਤਾਬਕ ਲੋਕਤੰਤਰ ਦੀ ਪਰਿਭਾਸ਼ਾ ਕੀ ਹੈ? ਜਿਹੋ ਜਿਹੀਆਂ ਤਸਵੀਰਾਂ ਦੇਖ ਰਹੇ ਹਾਂ ਇਹਦੇ ਵਿੱਚ ਤਾਂ ਲੋਕਤੰਤਰ ਨਜ਼ਰ ਨਹੀਂ ਆ ਰਿਹਾ। ਲੋਕਤੰਤਰ ਦੀ ਪਰਿਭਾਸ਼ਾ ਨੰਬਰ 1 ਹੈ ਕਿ ਸਰਕਾਰ ਸੁਪਰੀਮ ਨਹੀਂ ਹੈ, ਪਾਰਲੀਮੈਂਟ ਸੁਪਰੀਮ ਨਹੀਂ ਹੈ, ਸਿਰਫ ਕਨਸਟੀਟਿਊਸ਼ਨ ਸੁਪਰੀਮ ਹੈ। ਕਨਸਟੀਟਿਊਸ਼ਨ ਰਿਟਨ ਡਾਕੂਮੈਂਟ ਹੈ, ਤੁਸੀਂ ਉਹਨੂੰ ਤੋੜ ਮਰੋੜ ਨਹੀਂ ਸਕਦੇ, ਉਹਨੂੰ ਜੇ ਚੇਂਜ ਕਰਨਾ ਤਾਂ ਬੜਾ ਲੰਬਾ ਪ੍ਰੋਸੀਜਰ ਹੈ। ਕਨਸਟੀਟਿਊਸ਼ਨ ਦੀ ਇੰਟਰਪ੍ਰੀਟ ਕਰਨ ਦਾ ਲਾਸਟ ਵਰਡ ਸੁਪਰੀਮ ਕੋਰਟ ਕੋਲ ਹੈ। ਫੰਡਾਮੈਂਟਲ ਰਾਈਟਸ ਦੀ ਜਿਹੜੀ ਪ੍ਰੋਟੈਕਸ਼ਨ ਹੈ, ਇਮੀਡੀਏਟਲੀ ਤੁਸੀਂ ਸੁਪਰੀਮ ਕੋਰਟ ਜਾ ਸਕਦੇ ਹੋ। ਤੁਹਾਨੂੰ ਸਿੱਧਾ ਸੁਪਰੀਮ ਕੋਰਟ ਹਰ ਸਿਟੀਜ਼ਨ ਨੂੰ ਹੱਕ ਦਿੱਤਾ ਜੋ ਉਹਦਾ ਹੁਣ ਫੰਡਾਮੈਂਟਲ ਰਾਈਟ ਵਾਇਲੇਟ ਹੋਵੇ। ਇੰਟਰਨੈਟ ਸਿੱਧਾ ਫੰਡਾਮੈਂਟਲ ਰਾਈਟ ਦੀ ਉਲੰਘਣਾ ਕਰਦਾ ਹੈ। ਸੁਪਰੀਮ ਕੋਰਟ ਦਿੱਲੀ ਦੇ ਵਿੱਚ ਹੀ ਹੈ, ਦਿੱਲੀ ਵਿੱਚ ਹੀ ਹਰ ਰੋਜ਼ ਇੱਕ ਦਿਨ ਦੇ ਆਰਡਰ ਪਾਸ ਹੋ ਰਹੇ ਨੇ। ਸੋ ਕਲੀਅਰਲੀ ਜਿਹੜੀ ਪੂਰਾ ਸਟਰਕਚਰ ਆਫ ਡੈਮੋਕ੍ਰੇਸੀ ਹੈ, ਉਹ ਤਾਂ ਇਹ ਹੈ ਕਿ ਸਰਕਾਰ ਲੋਕੀ ਇਲੈਕਟ ਕਰਨਗੇ, ਲੋਕਾਂ ਦੀ ਕੰਸੈਂਟ ਨਾਲ ਸਰਕਾਰ ਚੱਲੇਗੀ, ਔਰ ਜੁਡੀਸ਼ਰੀ ਨੂੰ ਬਣਾਇਆ ਕਿ ਉਹ ਜੇ ਕੋਈ ਝਗੜਾ ਹੋਏਗਾ ਸਰਕਾਰ ਔਰ ਲੋਕਾਂ ਵਿੱਚ ਤਾਂ ਇਮੀਡੀਏਟਲੀ ਉਹਨੂੰ ਰਿਜ਼ੋਲਵ ਕਰੇਗੀ। ਮਗਰ ਅਸੀਂ ਦੇਖ ਰਹੇ ਹਾਂ ਕਿ ਸੁਪਰੀਮ ਕੋਰਟ ਔਰ ਹਾਈ ਕੋਰਟ ਸਾਰੇ ਹੀ ਸਰਕਾਰ ਦੇ ਇੰਨੇ ਇਨਫਲੂਐਂਸ ਥੱਲੇ ਆ ਗਏ ਹੈ ਕਿ ਉਹਨਾਂ ਦੇ ਕਰਨਾ ਵੀ ਲੋਕਾਂ ਦੀ ਆਵਾਜ਼ ਨਹੀਂ ਪਹੁੰਚ ਰਹੀ। ਇਸ ਕਰਕੇ ਲੋਕਾਂ ਨੂੰ ਆਪ ਪ੍ਰੋਟੈਸਟ ਕਰਨਾ ਪੈ ਰਿਹਾ, ਆਪ ਹੀ ਆਪਣੇ ਸਿੱਧੇ ਤਰੀਕੇ ਨਾਲ ਕਹਿ ਡਾਇਰੈਕਟ ਪਾਰਟਿਸਿਪੇਸ਼ਨ ਕਰਨੀ ਪੈ ਰਹੀ ਹੈ ਕਿ ਇਹ ਕਾਨੂੰਨ ਵਾਪਸ ਹੋਣ। ਬਿਲਕੁਲ। ਕੀ ਲੱਗਦਾ ਕਿ ਜਿਵੇਂ ਤੁਸੀਂ ਕਿਹਾ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਦੋਂ ਦੇਸ਼ ਨੂੰ ਕੋਈ ਖਤਰਾ ਹੋਵੇ, ਦੇਸ਼ ਨੂੰ ਬਚਾਉਣ ਦੇ ਲਈ ਕਦਮ ਚੁੱਕੇ ਜਾਂਦੇ ਨੇ, ਕੀ ਇਹ ਵੀ ਕਦਮ ਇਹ ਦੇਸ਼ ਨੂੰ ਬਚਾਉਣ ਦੇ ਲਈ ਚੁੱਕ ਰਹੇ ਨੇ? ਕਿਸਾਨਾਂ ਨੂੰ ਦੱਬਣ ਦਾ,
ਕਿਸਾਨਾਂ ਦੇ ਮਸਲਿਆਂ ਨੂੰ ਨਾ ਸੁਣਨ ਦਾ, ਕਿਸਾਨਾਂ ਨੂੰ ਘੇਰਨ ਦਾ ਸੁਰੱਖਿਆ ਏਜੰਸੀਆਂ ਜ਼ਰੀਏ ਜਿਸ ਤਰੀਕੇ ਨਾਲ ਬੈਰੀਕੇਡਿੰਗ ਕੀਤੀ ਗਈ ਹੈ? ਦੇਸ਼ ਆਪਾਂ ਕਿਹਨੂੰ ਸਮਝਦੇ ਹਾਂ? ਜੇ ਤਾਂ ਆਪਾਂ ਫਿਜ਼ੀਕਲ ਬਾਉਂਡਰੀ ਸਮਝਾਂਗੇ ਜਾਂ ਜ਼ਮੀਨ ਦਾ ਟੁਕੜਾ ਸਮਝਾਂਗੇ, ਫਿਰ ਤਾਂ ਇਹ ਬੜੀ ਅਧੂਰੀ ਪਰਿਭਾਸ਼ਾ ਹੋਏਗੀ। ਜੇ ਅਸੀਂ ਪਹਿਲੇ ਸ਼ਬਦ ਹੀ ਪੜ੍ਹਦੇ ਹਾਂ ਆਪਣੇ ਪ੍ਰੀਐਮਬਲ ਦਾ, ਉਹ ਸ਼ੁਰੂ ਕਰਦਾ ਵੀ ਦਾ ਪੀਪਲ। ਅਸੀਂ, ਇਸ ਦੇਸ਼ ਦੇ ਲੋਕਾਂ ਨੇ ਸਾਨੂੰ ਸੰਵਿਧਾਨ ਦਿੱਤਾ। ਦੇਸ਼ ਦੀਆਂ ਬਾਉਂਡਰੀਆਂ ਬਦਲ ਸਕਦੀਆਂ, ਦੇਸ਼ ਦੀਆਂ ਬਾਉਂਡਰੀਆਂ ਵੱਧ ਸਕਦੀਆਂ, ਘੱਟ ਹੋ ਸਕਦੀਆਂ। ਦੇਸ਼ ਵਿੱਚ ਇੱਕ ਰਾਜ ਬਣ ਕੇ ਤੋੜ ਕੇ 2 ਰਾਜ ਬਣ ਸਕਦੇ, 6 ਰਾਜ ਬਣ ਸਕਦੇ ਆ, ਵੱਡੇ ਰਾਜ ਬਣ ਸਕਦੇ, ਛੋਟੇ ਰਾਜ ਬਣ ਸਕਦੇ ਆ। ਮਗਰ ਜਿਹੜੇ ਲੋਕ ਹੈ ਉਹ ਦੇਸ਼ ਹੈ, ਔਰ ਦੇਸ਼ ਦੇ ਲੋਕਾਂ ਕੋਲ ਹੱਕ ਹੈ ਸਰਕਾਰ ਬਣਾਉਣ ਦਾ, ਔਰ ਦੇਸ਼ ਦੇ ਲੋਕਾਂ ਕੋਲ ਹੀ ਹੱਕ ਹੈ ਬੋਲਣ ਦਾ, ਇਕੱਠੇ ਹੋ ਕੇ ਦੱਸਣ ਦਾ ਸਰਕਾਰ ਨੂੰ ਕਿ ਤੁਸੀਂ ਗਲਤ ਹੋ, ਇਹ ਕਾਨੂੰਨ ਵਾਪਸ ਲਓ। ਸਾਡੇ ਔਰ ਇੰਗਲੈਂਡ ਵਿੱਚ ਵੱਡਾ ਫਰਕ ਹੈ। ਇੰਗਲੈਂਡ ਦੀ ਪਾਰਲੀਮੈਂਟ ਸੁਪਰੀਮ ਹੈ, ਉਹਨੂੰ ਕੋਈ ਕੋਰਟ ਰੋਕ ਨਹੀਂ ਸਕਦਾ। ਜਿਹੜੇ ਰਿਟਨ ਕਨਸਟੀਟਿਊਸ਼ਨ ਵਾਲੇ ਦੇਸ਼ ਹੈ, USA, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਡੀਆ, ਇੱਥੇ ਕਨਸਟੀਟਿਊਸ਼ਨ ਸੁਪਰੀਮ ਹੈ। ਸੋ ਕਿਸੇ ਸਰਕਾਰ ਨੂੰ ਇਹ ਵਹਿਮ ਨਹੀਂ ਹੋਣਾ ਚਾਹੀਦਾ ਕਿ ਅਸੀਂ ਆਖਰੀ ਵਰਡ ਹੈ ਜਾਂ ਪ੍ਰਧਾਨ ਮੰਤਰੀ ਸਭ ਤੋਂ ਆਖਰੀ ਵਰਡ ਹੈ। ਪ੍ਰਧਾਨ ਮੰਤਰੀ ਦਾ ਵਰਡ ਤਾਂ ਹਰ ਆਰਡਰ ਹੀ ਚੈਲੰਜ ਕੀਤਾ ਜਾ ਸਕਦਾ 22 ਹਾਈ ਕੋਰਟਸ ਹੈ ਉਹਨਾਂ ਵਿੱਚ ਜਾਂ ਇੱਕ ਸੁਪਰੀਮ ਕੋਰਟ ਦੇ ਵਿੱਚ, ਔਰ ਲੋਕੀ ਸਿੱਧਾ ਚੈਲੰਜ ਕਰ ਸਕਦੇ ਆ ਕਿੱਦਾਂ ਅੱਜ ਕਰ ਰਹੇ ਨੇ ਕਿ ਅਲਟੀਮੇਟਲੀ ਦੇਸ਼ ਕਿਹੜਾ ਹੈ, ਦੇਸ਼ ਦੇ ਲੋਕ ਮੈਜੋਰਿਟੀ ਆਫ ਲੋਕ ਹੈ ਜਾਂ ਜਿਹੜੀ ਛੋਟੀ ਮੋਟੀ ਸਰਕਾਰ ਹੈ ਜਿਹੜੀ ਟੈਂਪਰੇਰੀ 5 ਜਾਂ 4 ਸਾਲ ਇਲੈਕਟ ਹੁੰਦੀ ਹੈ। ਸਰਕਾਰ ਔਰ ਦੇਸ਼ ਵਿੱਚ ਬਹੁਤ ਫਰਕ ਹੈ। ਸਰਕਾਰ ਕਦੀ ਵੀ ਦੇਸ਼ ਨਹੀਂ ਮੰਨੀ ਗਈ, ਨਾ ਹੀ ਕਾਨੂੰਨ ਦੇ ਵਿੱਚ, ਨਾ ਹੀ ਕਿਸੇ ਹੋਰ ਥਿਊਰੀ ਥੱਲੇ। ਸਰਕਾਰ ਸਿਰਫ ਟੈਂਪਰੇਰੀ ਉਹਨੂੰ ਮੈਨੇਜਮੈਂਟ ਦਿੱਤੀ ਜਾਂਦੀ ਹੈ ਦੇਸ਼ ਚਲਾਉਣ ਲਈ। ਜੀ ਬਿਲਕੁਲ। ਅੱਛਾ ਬੈਂਸ ਸਾਹਿਬ, ਹੁਣ ਇਹ ਦੱਸਿਓ ਕਿ ਜਿਸ ਤਰੀਕੇ ਨਾਲ ਖਬਰਾਂ ਸਾਹਮਣੇ ਆ ਰਹੀਆਂ ਨੇ, ਪਹਿਲਾਂ ਵੀ ਆਉਂਦੀਆਂ ਰਹੀਆਂ ਨੇ, ਹੁਣ ਫੇਰ ਉਹੀ ਹਵਾ ਦੇ ਦਿੱਤੀ ਜਦੋਂ ਤੋਂ 26 ਜਨਵਰੀ ਵਾਲਾ ਭਾਣਾ ਵਾਪਰਿਆ, ਉੱਥੇ ਲਾਲ ਕਿਲੇ ਦੇ ਉੱਤੇ ਝੰਡਾ ਲਹਿਰਾ ਦਿੱਤਾ ਗਿਆ। ਉਸ ਤੋਂ ਬਾਅਦ ਹੁਣ ਫੇਰ ਜਿਵੇਂ ਦੀਆਂ ਤਸਵੀਰਾਂ ਪੰਜਾਬ ਤੋਂ ਆਪਾਂ ਦੇਖੀਏ ਕਿ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਿਤੇ ਗੋਲੀਬਾਰੀ ਹੋ ਰਹੀ ਹੈ, ਕਿਤੇ ਸੁਖਬੀਰ ਬਾਦਲ ਤੇ ਹਮਲਾ ਹੋ ਜਾਂਦਾ। ਇਹ ਤੋਂ ਪਹਿਲਾਂ ਭਾਜਪਾ ਵਾਲਿਆਂ ਨੂੰ ਘਰਾਂ ਚੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ। ਕੀ ਮੰਨੀਏ ਕਿ ਰਾਸ਼ਟਰਪਤੀ ਰਾਜ ਜਾਂ ਗਵਰਨਰੀ ਰਾਜ ਵੱਲ ਵਧਿਆ ਜਾ ਰਿਹਾ, ਤੇ ਉਹ ਕਿਹੜੀਆਂ ਸੰਭਾਵਨਾਵਾਂ ਨੇ ਕਿ ਇਹ ਰਾਜ ਰਾਸ਼ਟਰਪਤੀ ਰਾਜ ਜਾਂ ਗਵਰਨਰੀ ਰਾਜ ਲਗਾਇਆ ਜਾ ਸਕਦਾ? ਇਹ ਸਰਕਾਰ ਕਰ ਸਕਦੀ ਹੈ ਕਿਉਂਕਿ ਸੰਵਿਧਾਨ ਦੇ ਵਿੱਚ ਇੱਕ ਐਮਰਜੈਂਸੀ ਪ੍ਰੋਵੀਜ਼ਨ ਹੈ। ਉਹ ਐਮਰਜੈਂਸੀ ਨਾਰਮਲੀ ਉਦੋਂ ਰਿਜ਼ੋਰਟ ਕਰਨੀ ਹੁੰਦੀ ਹੈ ਜਦੋਂ ਦੇਸ਼ ਦੇ ਉੱਤੇ ਕੋਈ ਅਟੈਕ ਹੁੰਦਾ ਬਾਹਰਲੇ ਦੇਸ਼ ਦਾ, ਜਾਂ ਆਪਣਾ ਦੇਸ਼ ਕਿਸੇ ਦੇਸ਼ ਤੇ ਅਟੈਕ ਕਰੇ, ਜਾਂ ਇੰਟਰਨਲ ਰਿਬੇਲੀਅਨ ਹੋ ਜਾਏ, ਆਰਮਡ ਸਟਰਗਲ ਸ਼ੁਰੂ ਹੋ ਜਾਏ, ਜਾਂ ਕਿਸੇ ਸਟੇਟ ਦੇ ਉੱਤੇ ਗਵਰਨਰ ਰੂਲ ਤਾਂ ਲਾ ਸਕਦੇ ਹੋ ਜੇ ਤੁਸੀਂ ਸਟੇਟ ਨੂੰ ਇਹ ਗਵਰਨਰ ਰਿਪੋਰਟ ਦੇਵੇ ਸੈਂਟਰ ਨੂੰ ਕਿ ਜੀ ਜਿਹੜਾ ਸਟੇਟ ਦੀ ਐਡਮਿਨਿਸਟ੍ਰੇਸ਼ਨ ਹੈ ਉਹ ਸੰਵਿਧਾਨ ਦੇ ਮੁਤਾਬਿਕ ਨਹੀਂ ਚੱਲ ਰਹੀ। ਹੁਣ ਇਹ ਦੇਸ਼ ਚਲਾਉਣਾ ਬੜਾ ਮੁਸ਼ਕਲ ਹੈ। ਸੁਪਰੀਮ ਕੋਰਟ ਨੇ ਯਾਰਡਸਟਿਕ ਦੇਤੀ ਹੈ, ਨੋਰਮਸ ਦੱਸਦੇ ਹੈ, ਬਿਲਕੁਲ ਹੀ ਬੇਬੁਨਿਆਦ ਗੱਲਾਂ ਤੇ। ਮਿਸਿਸ ਗਾਂਧੀ ਦੇ ਟਾਈਮ ਇਹ ਹੁੰਦਾ ਸੀ ਕਿ ਪੂਰੀਆਂ 3-3, 4-4 ਸਟੇਟਾਂ ਦੇ ਚੀਫ ਮਿਨਿਸਟਰ ਜਿਹੜਾ ਕਹਿਣਾ ਨਹੀਂ ਸੀ ਮੰਨਦੇ ਉਹਨਾਂ ਨੂੰ ਸਸਪੈਂਡ ਕਰਦੇ। ਹੁਣ ਇਹ ਕਾਫੀ ਘੱਟ ਚਲਾ ਗਿਆ। ਮਗਰ ਇਸ ਸਰਕਾਰ ਨੇ ਉਹ ਸਾਰੀਆਂ ਗੱਲਾਂ ਦੁਬਾਰਾ ਲਿਆ ਰਹੀ ਹੈ ਜੋ ਅਸੀਂ ਸੋਚਿਆ ਸੀ ਕਿ ਬਰੀ ਹੋ ਚੁੱਕੀ ਹੈ ਦੇਸ਼ ਦੀ ਹਿਸਟਰੀ ਦੇ ਵਿੱਚ। ਜਿਹੜੀ ਚੀਜ਼ ਪ੍ਰੈਸ ਰਿਪੋਰਟਰਾਂ ਨੂੰ ਤੰਗ ਕਰਨਾ, ਝੂਠੇ ਕੇਸ ਬਣਾਉਣੇ, ਵਾਈਡ ਸਪਰੈਡ ਪੋਲੀਟੀਕਲ ਕੇਸਿਸ, ਪੋਲੀਟੀਕਲ ਲੀਡਰਸ ਨੂੰ ਅਰੈਸਟ ਕਰਨਾ, ਉਹਨਾਂ ਦੇ ਕੇਸ ਬਣਾਉਣੇ, ਸਾਰੀਆਂ ਗੱਲਾਂ ਅਸੀਂ 70 ਦੇ ਤਾਂ ਸੁਣੀਆਂ ਸੀ। ਉਸ ਤੋਂ ਬਾਅਦ 30 ਸਾਲ ਤੱਕ ਕਿਸੇ ਸਰਕਾਰ ਨੇ ਹਿੰਮਤ ਨਹੀਂ ਸੀ ਕੀਤੀ। ਇਹ ਸਰਕਾਰ ਬਿਲਕੁਲ ਉਹੀ ਕਰ ਰਹੀ ਹੈ ਜੋ ਕਦੀ ਮਿਸਿਸ ਗਾਂਧੀ ਨੇ ਐਮਰਜੈਂਸੀ ਵੇਲੇ ਕੀਤਾ ਸੀ ਜਾਂ ਉਸ ਤੋਂ ਪਹਿਲਾਂ, ਕਿਉਂਕਿ ਉਹਨਾਂ ਦੇ ਖਿਲਾਫ ਹੀ ਉਦੋਂ ਪ੍ਰੋਟੈਸਟ ਹੋ ਰਹੀ ਸੀ। ਬੜੀ ਪਪੂਲਰ ਲੀਡਰਸ਼ਿਪ ਮਿਸਿਸ ਗਾਂਧੀ ਨੂੰ ਚੈਲੰਜ ਕਰ ਰਹੀ ਸੀ। ਅਕਸਰ ਇਹ ਜਿਹੜਾ ਲੀਡਰ ਹੁੰਦਾ ਜਾਂ ਪ੍ਰਾਈਮ ਮਿਨਿਸਟਰ, ਉਹਨੂੰ ਬਹੁਤ ਵਹਿਮ ਹੋ ਜਾਂਦਾ ਕਿ ਮੈਂ ਹੀ ਦੇਸ਼ ਹੈ। ਉਦੋਂ ਤਾਂ ਨਾਰੇ ਵੀ ਲੱਗਦੇ ਸੀ ਇੰਦਰਾ ਇਜ਼ ਇੰਡੀਆ, ਹੁਣ ਲੱਗਦਾ ਕਿ ਮੋਦੀ ਇਜ਼ ਇੰਡੀਆ, ਔਰ ਮੋਦੀ ਸਾਹਿਬ ਨੂੰ ਵੀ ਲੱਗਦਾ ਹੋਣਾ ਕਿ ਆਈ ਐਮ ਇੰਡੀਆ। ਬਟ ਹਿਊਮਨ ਬੀਇੰਗ ਔਰ ਦੇਸ਼ ਵਿੱਚ, ਜੇ ਦੇਸ਼ ਤਾਂ ਹਮੇਸ਼ਾ ਪਰਪੈਚੁਅਲੀ ਰਹਿਣਾ। ਦੇਸ਼ 5000 ਸਾਲ ਪੁਰਾਣਾ ਹੈ, ਮਿਸਟਰ ਮੋਦੀ ਦਾ 6 ਸਾਲ ਪੁਰਾਣਾ ਹੈ, ਔਰ ਜਿਹੜੀ ਪਾਰਟੀ ਵੀ ਹੁੰਦੀ ਹੈ ਉਹ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਹੈ। ਔਰ ਇਸੇ ਕਰਕੇ ਇਹ ਜਿਹੜੀ ਹਿਊਮਨ ਕਹਿ ਲਓ, ਉਹਨੂੰ ਵੀਕਨੈਸ ਕਹਿ ਲਓ, ਹਿਊਮਨ ਫੀਲਿੰਗ ਕਹਿ ਲਓ, ਬਟ ਇਹ ਬੜਾ ਕਾਮਨ ਹਿਸਟੋਰੀਕਲ ਐਕਸਪੀਰੀਅੰਸ ਹੈ ਕਿ ਜਿਹੜਾ ਅੱਜ ਦਾ ਨੇਤਾ ਹੈ ਉਹ ਆਪਣੇ ਆਪ ਨੂੰ ਪਰਮਾਨੈਂਟ ਸਾਰੀ ਉਮਰ ਦਾ ਨੇਤਾ, ਉਹਨੂੰ ਲੱਗਦਾ ਕਿ ਨਾ ਮੈਂ ਕਦੀ ਮਰਨਾ ਹੈ, ਨਾ ਇਹ ਦੇਸ਼ ਨੇ ਕਦੀ ਬੋਲਣਾ ਹੈ, ਤੇ ਮੈਂ ਪਰਮਾਨੈਂਟਲੀ ਇੱਥੇ ਰਵਾਂ। ਤੁਹਾਡੇ ਸਾਹਮਣੇ ਚੀਨ ਦਾ ਬੰਦਾ ਕਹਿ ਰਿਹਾ ਕਿ ਮੈਂ ਲਾਈਫ ਪ੍ਰੈਜ਼ੀਡੈਂਟ ਬਣ ਗਿਆ, ਰਸ਼ੀਆ ਦਾ ਪੁਤਿਨ ਕਹਿ ਰਿਹਾ ਮੈਂ ਲਾਈਫ ਪ੍ਰੈਜ਼ੀਡੈਂਟ ਬਣ ਗਿਆ। ਇਹਨਾਂ ਦੀ ਕਾਂਬੀਨੇਸ਼ਨ, ਮੋਦੀ ਸਾਹਿਬ ਨੂੰ ਇਹ ਖਿਆਲ ਆ ਜਾਏ ਕਿ ਮੈਂ ਲਾਈਫ ਪ੍ਰਾਈਮ ਮਿਨਿਸਟਰ ਬਣ ਗਿਆ ਹਿੰਦੁਸਤਾਨ ਦਾ, ਤਾਂ ਕੋਈ ਵੱਡੀ ਗੱਲ ਨਹੀਂ ਹੈ। ਔਰ ਉਹਦੇ ਲਈ ਇਸ ਲਈ ਕਿਸਾਨਾਂ ਦਾ ਚੈਲੰਜ ਸਭ ਤੋਂ ਵੱਡਾ ਚੈਲੰਜ ਹੈ, ਕਿਉਂਕਿ 6 ਸਾਲ ਦਾ ਜਿਹੜਾ ਉਹ ਇੱਕ ਇਮੇਜ ਬਣਾਇਆ ਸੀ, ਟੈਰਰ ਬਣਾਇਆ ਸੀ ਕਿ ਮੈਂ ਮੋਦੀ ਸਾਹਿਬ ਜਿਹੜਾ ਡਿਸੀਜਨ ਲੈ ਲੈਂਦੇ ਆ ਉਸ ਤੇ ਚਟਾਨ ਮੰਗਰ ਰਹਿੰਦੇ ਆ ਔਰ ਉਹਨਾਂ ਤੋਂ ਸਭ ਡਰਦੇ ਆ। ਤਾਂ ਉਹਨਾਂ ਨੇ ਕਸ਼ਮੀਰ ਵੀ ਠੀਕ ਕਰਤਾ, ਸਭ ਕੁਝ ਠੀਕ ਕਰਤਾ। ਉਹ ਚੀਜ਼ ਬਿਲਕੁਲ ਕਾਗਜ਼ ਦੀ ਤਰ੍ਹਾਂ ਗਿਰ ਗਈ, ਜਿੱਦਾਂ ਹੁੰਦਾ ਨਾ ਰੇਤ ਦੇ ਘਰ ਦੀ ਤਰ੍ਹਾਂ ਢਹਿ ਗਈ। ਕਿਸਾਨਾਂ ਨੇ ਇੱਕ ਗੱਲ ਤਾਂ ਸਪਸ਼ਟ ਕਰਤੀ ਕਿ ਜੇ ਲੋਕ ਚਾਹਣ ਤਾਂ ਤੁਸੀਂ ਉਹਨਾਂ ਨੂੰ ਡਿਵਾਈਡ ਨਹੀਂ ਕਰ ਸਕਦੇ, ਜੇ ਲੋਕ ਚਾਹਣ ਤੇ ਉਹ ਐਡਮਿਨਿਸਟ੍ਰੇਸ਼ਨ ਦਾ ਸਾਹ ਬੰਦ ਕਰ ਸਕਦੇ ਆ, ਤੁਸੀਂ ਲੋਕਾਂ ਦਾ ਸਾਹ ਨਹੀਂ ਬੰਦ ਕਰ ਸਕਦੇ।
ਬਿਲਕੁਲ ਬਿਲਕੁਲ ਬਿਲਕੁਲ। ਇੱਕ ਮੇਰਾ ਆਖਰੀ ਸਵਾਲ ਹੈ, ਹੁਣ ਇਹ ਦੱਸਿਓ ਕਿ ਜਿਵੇਂ ਮੈਂ ਸ਼ੁਰੂ ਦੇ ਵਿੱਚ ਕੀਤਾ ਸੀ ਕਿ ਦੇਸ਼ ਧਰੋਹੀ ਦਾ ਟੈਗ ਜਿਹੜਾ ਉਹ ਬੜੀ ਛੇਤੀ ਦੇ ਦਿੱਤਾ ਜਾਂਦਾ ਹੈ, ਦੇਸ਼ ਭਗਤ ਵੀ ਅੱਜ ਕੱਲ੍ਹ ਵੰਡੇ ਜਾਂਦੇ ਨੇ ਕਿ ਆਹ ਦੇਸ਼ ਭਗਤ ਨੇ ਤੇ ਆਹ ਦੇਸ਼ ਧਰੋਹੀ ਨੇ। ਕਾਨੂੰਨ ਕੀ ਕਹਿੰਦਾ ਹੈ ਕਿ ਦੇਸ਼ ਭਗਤ ਕੌਣ ਹੈ ਤੇ ਦੇਸ਼ ਧਰੋਹੀ ਕੌਣ ਹੈ? ਦੇਸ਼ ਭਗਤ ਤਾਂ ਉਹੀ ਹੈ ਜਿਹੜਾ ਦੇਸ਼ ਲਈ ਲੜਦਾ ਹੈ। ਦੇਸ਼ ਦਰੋਹੀ ਉਹੀ ਹੈ ਜਿਹੜਾ ਦੇਸ਼ ਦੇ ਖਿਲਾਫ ਹੈ। ਦੇਸ਼ ਨੂੰ ਹੁਣ ਦੇਸ਼ ਦੀ ਡੈਫੀਨੇਸ਼ਨ ਸਮਝ ਚੁੱਕਿਆ ਕਿ ਜਿਹੜੇ ਦੇਸ਼ ਦੇ ਹਿੱਤ ਵਿੱਚ ਕੰਮ ਕਰਦਾ ਹੈ। ਔਰ ਜਿਹੜੀ ਮੌਜੂਦਾ ਸਰਕਾਰ ਹਮੇਸ਼ਾ ਹੀ ਸਵਾਏ ਆਪਣੇ ਚਮਚਿਆਂ ਜਾਂ ਆਪਣੇ ਛੋਟੇ ਇੰਟਰਸਟ ਵਿੱਚ ਕੰਮ ਕਰਨ ਦੇ ਬਜਾਏ ਦੇਸ਼ ਦੇ ਖਿਲਾਫ ਕੰਮ ਕਰ ਰਹੀ ਹੈ। ਇਸ ਵੇਲੇ ਉਹ ਦੇਸ਼ ਦੀ ਹਰ ਜਿਹੜੀ ਹੁੰਦੀ ਨਾ ਜਿਹੜੀ ਪ੍ਰਾਪਰਟੀ 70 ਸਾਲ ਵਿੱਚ ਬਣੀ ਉਹਨੂੰ ਵੇਚ ਰਹੀ ਹੈ। ਔਰ ਦੇਸ਼ ਦੇ ਵਿੱਚ ਸਿੱਧਾ ਇਨਫਲੂਐਂਸ ਆ ਗਿਆ ਫੋਰਨ ਕਾਰਪੋਰੇਸ਼ਨਸ ਦਾ। ਚਾਹੇ ਤੁਸੀਂ ਜਿੰਨਾ ਮਰਜ਼ੀ ਸੋਚੋ ਕਿ ਦੇਸ਼ ਦੀ ਨੈਸ਼ਨਲਿਸਟ ਗਵਰਨਮੈਂਟ ਹੈ, ਐਕਚੁਅਲੀ ਇਹ ਦੇਸ਼ ਨੂੰ ਵੇਚਣ ਵਾਲੀ ਗਵਰਨਮੈਂਟ ਹੈ। ਔਰ ਆਮ ਸਭ ਨੂੰ ਪਤਾ ਲੱਗਦਾ ਰਹਿ ਰਿਹਾ ਕਿ ਵੱਡੀਆਂ ਕਾਰਪੋਰੇਸ਼ਨ ਦੇਸ਼ ਦੇ ਜਿਹੜੇ ਐਸੈਟਸ ਹੈ ਉਹਨਾਂ ਨੂੰ ਖਰੀਦ ਕੇ ਉਹਨਾਂ ਤੇ ਕਬਜ਼ਾ ਕਰ ਰਹੀ ਹੈ। ਤੇ ਜਦੋਂ ਕਾਰਪੋਰੇਸ਼ਨ ਦਾ ਕਬਜ਼ਾ ਹੋ ਜਾਏ, ਜਿਹਨਾਂ ਦੀ ਲਾਇਲਟੀ ਦੇਸ਼ ਲਈ ਨਹੀਂ ਹੁੰਦੀ, ਉਹਨਾਂ ਦੀ ਲਾਇਲਟੀ ਆਪਣੇ ਦੇਸ਼ ਦੀ ਹੋਏਗੀ ਜਾਂ ਉਹਨਾਂ ਦੀ ਕਿਸੇ ਵੀ ਦੇਸ਼ ਵੱਲ ਨਹੀਂ ਹੋਏਗੀ। ਉਹਨਾਂ ਦੀ ਲਾਇਲਟੀ ਹੁੰਦੀ ਹੈ ਜਿੰਨਾ ਵੱਧ ਆਪਣਾ ਪ੍ਰੋਫਿਟ ਹੋ ਸਕੇ, ਆਪਣਾ ਕੰਟਰੋਲ ਹੋ ਸਕੇ। ਜਦੋਂ ਇਹੋ ਜੀ ਕਾਰਪੋਰੇਸ਼ਨ ਦੇ ਹੱਥ ਵਿੱਚ ਕਠਪੁਤਲੀ ਬਣ ਜਾਏ ਤੁਹਾਡੀ ਸਰਕਾਰ ਔਰ ਤੁਹਾਡਾ ਪ੍ਰਾਈਮ ਮਿਨਿਸਟਰ, ਉਸ ਵੇਲੇ ਸਭ ਤੋਂ ਵੱਡੀ ਦੇਸ਼ ਭਗਤੀ ਹੈ ਕਿ ਉਸ ਸਰਕਾਰ ਦੇ ਖਿਲਾਫ ਐਟਲੀਸਟ ਪੀਸਫੁਲੀ ਪ੍ਰੋਟੈਸਟ ਵਿੱਚ ਜੁਆਇਨ ਤਾਂ ਕਰੋ। ਹੁਣ ਇਹ ਪਹਿਲਾ ਮਾਮਲਾ ਸੀ 3 ਕਾਨੂੰਨਾਂ ਦਾ, ਫਿਰ ਮਾਮਲਾ ਸੀ ਕਿਸਾਨਾਂ ਦਾ, ਫਿਰ ਮਾਮਲਾ ਸੀ ਮਿਨੀਮਮ ਸਪੋਰਟ ਪ੍ਰਾਈਸ ਦਾ, ਬਟ ਹੁਣ ਤਾਂ ਇਹ ਦੇਸ਼ ਦੀ ਹੋਂਦ ਦਾ ਮਾਮਲਾ ਬਣ ਗਿਆ। ਦੇਸ਼ ਨੂੰ ਇੱਕ ਪਾਸੇ ਕੁਝ ਲੋਕ ਇੱਕ ਸਰਕਾਰ ਨਾਲ ਰਲ ਕੇ ਦੇਸ਼ ਨੂੰ ਵੇਚਣਾ ਚਾਹੁੰਦੇ ਨੇ, ਦੇਸ਼ ਦੇ ਲੋਕਾਂ ਨੂੰ ਗੁਲਾਮੀ ਵੱਲ ਧੱਕਣਾ ਚਾਹੁੰਦੇ ਨੇ, ਔਰ ਇੱਕ ਪਾਸੇ ਦੇਸ਼ ਭਗਤ ਇਕੱਠੇ ਹੋ ਕੇ ਇਸ ਚੀਜ਼ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ, ਆਪਣੀ ਜਾਨ ਤੇ ਖੇਲ ਕੇ ਸਭ ਤਕਲੀਫਾਂ ਸਹਿ ਕੇ ਕੋਸ਼ਿਸ਼ ਕਰ ਰਹੇ ਆ। तो ਇੱਥੇ ਵੀ ਸਪਸ਼ਟ ਹੈ ਕਿ ਜਿਹੜੇ ਦੇਸ਼ ਭਗਤ ਸਰਕਾਰ ਦੇ ਖਿਲਾਫ ਹੈ ਉਹੀ ਦੇਸ਼ ਭਗਤ ਹੈ। ਸਰਕਾਰ ਤਾਂ ਐਕਚੁਅਲੀ ਉਹਨਾਂ ਤਾਕਤਾਂ ਵਿੱਚ ਹੱਥੋਂ ਵਿਕ ਚੁੱਕੀ ਹੈ ਜਿਹੜਾ ਦੇਸ਼ ਦੀ ਹੋਂਦ ਨੂੰ ਵੀ ਖਤਮ ਕਰਨਾ ਚਾਹੁੰਦੇ ਨੇ ਔਰ ਦੇਸ਼ ਨੂੰ ਗੁਲਾਮੀ ਵੱਲ ਧੱਕਣਾ ਚਾਹੁੰਦੇ ਨੇ। ਜੀ ਬਿਲਕੁਲ, ਪਰ ਇੱਥੇ ਤਾਂ ਦੇਸ਼ ਭਗਤ ਉਹਨਾਂ ਨੂੰ ਗਰਦਾਨਿਆ ਜਾਂਦਾ ਜਿਹੜੇ ਸਰਕਾਰ ਦੇ ਹੱਕ ਵਿੱਚ ਬੋਲਦੇ ਨੇ, ਜਿਹੜੇ ਸਰਕਾਰ ਦੀਆਂ ਜਿਹੜੀਆਂ ਲਾ ਲਈਏ ਕਿ ਨੀਤੀਆਂ ਦੇ ਖਿਲਾਫ ਬੋਲਦੇ ਨੇ ਉਹਨਾਂ ਨੂੰ ਦੇਸ਼ ਧਰੋਹੀ ਕਹਿ ਦਿੱਤਾ ਜਾਂਦਾ। ਇਸ ਤਰ੍ਹਾਂ ਦੇ ਟੈਗ ਵੰਡ ਦਿੱਤੇ ਜਾਂਦੇ ਨੇ। ਅਖੀਰ ਵਿੱਚ ਜਾਂਦੇ ਥੋੜਾ ਇਹ ਦੱਸ ਦਿਓ ਕਿ ਹੁਣ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਗੱਲਬਾਤ ਜਿਹੜੀ ਹੈ ਉਹ ਰੁਕੀ ਹੋਈ ਹੈ, ਗ੍ਰਿਫਤਾਰੀਆਂ ਲਗਾਤਾਰ ਜਿਹੜੀਆਂ ਹੋ ਰਹੀਆਂ ਨੇ, ਕੀ ਇਹਨਾਂ ਗ੍ਰਿਫਤਾਰੀਆਂ ਜ਼ਰੀਏ ਕਿਸਾਨ ਅੰਦੋਲਨ ਨੂੰ ਢਾਹ ਲਗਾਈ ਜਾ ਸਕਦੀ ਹੈ? ਕੀ ਇਹਨਾਂ ਗ੍ਰਿਫਤਾਰੀਆਂ ਨੂੰ ਚੈਲੰਜ ਕਰਨ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਕੋਈ ਪੱਖ ਇਹੋ ਜਿਹਾ ਰੱਖਿਆ ਜਾ ਸਕਦਾ ਕਿ ਨੌਜਵਾਨਾਂ ਨੂੰ ਜਾਂ ਕਿਸਾਨਾਂ ਨੂੰ ਉਹਨਾਂ ਤੋਂ ਜਿਹੜੇ FIRs ਉਹਨਾਂ ਦੇ ਖਿਲਾਫ ਦਰਜ ਹੋਈਆਂ ਉਹਨਾਂ ਤੋਂ ਮੁਕਤ ਕਰਵਾਇਆ ਜਾਵੇ? ਕੀ ਸੰਵਿਧਾਨ ਇਹ ਨਹੀਂ ਕਹਿੰਦਾ ਕਿ ਜਿਹੜੇ ਲੋਕ ਆਵਾਜ਼ ਚੁੱਕਦੇ ਨੇ ਜੇਕਰ ਉਹਨਾਂ ਦੇ ਉੱਤੇ ਕੋਈ ਤਾਨਾਸ਼ਾਹੀ ਹੁੰਦੀ ਹੈ, ਉਹਨਾਂ ਨੂੰ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਉਹਨਾਂ ਦੀ ਵੀ ਰਾਖੀ ਕੀਤੀ ਜਾਵੇ? ਬਿਲਕੁਲ, ਹਰ ਹਾਈ ਕੋਰਟ ਕੋਲ ਪਾਵਰ ਹੈ ਤੇ ਹਾਈ ਕੋਰਟ ਵਿੱਚ ਪਟੀਸ਼ਨ ਦਿੱਲੀ ਹਾਈ ਕੋਰਟ ਵਿੱਚ ਪਾਈ ਜਾ ਸਕਦੀ ਹੈ, ਜਿੱਦਾਂ ਮੈਂ ਕਿਹਾ ਸਿੱਧੀ ਸੁਪਰੀਮ ਕੋਰਟ ਕੋਲ ਪਾਈ ਜਾ ਸਕਦੀ ਹੈ। ਬਟ ਕਿਸਾਨਾਂ ਦਾ ਆਪਣਾ ਵਿਸ਼ਵਾਸ ਨਹੀਂ ਜਾਗ ਰਿਹਾ, ਉਹਨਾਂ ਦਾ ਆਪਣਾ ਆਤਮ ਵਿਸ਼ਵਾਸ ਇੰਨਾ ਵੱਧ ਗਿਆ, ਉਹ ਆਤਮ ਨਿਰਭਰ ਤਾਂ ਕਿਸਾਨ ਹੋ ਗਏ। ਉਹ ਕਹਿੰਦੇ ਸਾਨੂੰ ਕੋਰਟ ਦੀ ਕੀ ਲੋੜ ਹੈ, ਅਸੀਂ ਅੱਜ ਮੁਕਾਬਲਾ ਕਰ ਲਾਂਗੇ। ਛੋਟੇ ਛੋਟੇ ਕੇਸਾਂ ਤੋਂ ਕੋਈ ਕਿਸਾਨ ਨਹੀਂ ਡਰਦਾ, ਜੇਲ੍ਹ ਵਿੱਚ ਜਾਣ ਤੋਂ ਕੋਈ ਡਰ ਰਿਹਾ। ਇਸੇ ਤਾਂ ਦੇਸ਼ ਭਗਤੀ ਦੇ ਪੂਰੇ ਸਿੰਪਟਮਸ ਹੈ। ਜਿੱਦਾਂ ਕਦੀ ਅਸੀਂ ਆਪਣਾ ਦੇਸ਼ ਅੰਗਰੇਜ਼ਾਂ ਤੋਂ ਦਿਖਾਇਆ ਸੀ, ਬਿਲਕੁਲ ਉਹੋ ਜਿਹਾ ਮਾਹੌਲ ਪੈਦਾ ਹੋ ਰਿਹਾ ਹੈ। ਸਭ ਨੂੰ ਪਤਾ ਲੱਗ ਰਿਹਾ ਕਿ ਅੰਗਰੇਜ਼ ਕੌਣ ਹੈ, ਗਦਾਰ ਕੌਣ ਹੈ ਤੇ ਦੇਸ਼ ਭਗਤ ਕੌਣ ਹੈ। ਇਹਦਾ ਤਾਂ ਇੰਨਾ ਟਰੈਕ ਰਿਕਾਰਡ ਹੈ ਇਸ ਪਾਰਟੀ ਦਾ, ਹਰ ਬੱਚੇ ਨੂੰ ਹੁਣ ਪਤਾ ਲੱਗ ਗਿਆ ਦੇਸ਼ ਦਾ ਕਿ ਜਦੋਂ ਪੂਰੀ ਆਜ਼ਾਦੀ ਲੜ ਰਹੇ ਸੀ ਦੇਸ਼ ਦੇ ਬੰਦੇ ਅੰਗਰੇਜ਼ਾਂ ਦੇ ਖਿਲਾਫ, ਉਦੋਂ ਇੱਕੋ ਹੀ ਸੰਗਠਨ ਸੀ, ਇੱਕੋ ਹੀ ਵਿਚਾਰਧਾਰਾ ਸੀ ਜਿਹੜਾ ਅੰਗਰੇਜ਼ਾਂ ਨਾਲ ਕੋਆਪਰੇਟ ਕਰ ਰਹੇ ਸੀ ਔਰ ਹਰ ਦੇਸ਼ ਭਗਤ ਨੂੰ ਭਗਤ ਦੇ ਖਿਲਾਫ ਮੁਖਬਰੀ ਕਰ ਰਹੇ ਸੀ। ਵੱਡੇ ਵੱਡੇ ਲੀਡਰ ਇਸ ਵਿਚਾਰਧਾਰਾ ਦੇ ਮੁਖਬਰੀ ਔਰ CID ਔਰ ਤਨਖਾਹਾਂ ਲੈਂਦੇ ਸੀ। ਇਸ ਕਰਕੇ ਇੱਥੇ ਹੁਣ ਕੋਈ ਡਾਊਟ ਨਹੀਂ ਰਹਿ ਗਿਆ ਕਿ ਦੇਸ਼ ਭਗਤ ਕੌਣ ਹੈ ਤੇ ਦੇਸ਼ ਨੂੰ ਵੇਚਣ ਵਾਲੀਆਂ ਤਾਕਤਾਂ ਕਿਹੜੀਆਂ। ਜੀ ਸ਼ੁਕਰੀਆ ਬੈਂਸ ਸਾਹਿਬ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ।